बिस्मिल्लाहिर्रहमानिर्रहीम अस्सलाम वालेकुम व्यूअर्स। आज हम एक बड़े खूबसूरत फार्म पर यहाँ पर पहुँचे हैं। तो बिज़नेस इन्फो में आज हम बात करेंगे बिलखसूस भैंसों की और उनकी एहतियातों की। इसमें बड़ी अहम हमारे एक दोस्त हैं हाफिज़ साहब, हाफिज़ मोहम्मद अकमल साहब, उन्होंने बड़ी अहम मालूमात से हमें नवाजा है। तो मुझे उम्मीद है कि जितने भी हमारे व्यूअर्स हैं देखने वाले हैं उनको आज की ये वीडियो बहुत पसंद आएगी और इसको पूरा देखिएगा, एंड तक देखिएगा, क्योंकि जितने भी सवाल नाजरीन के माइंड में होते हैं वो सब इसमें किए गए हैं और उनके सवालात के जवाबात भी लिए गए हैं। तो लेट्स सी जी, आज की वीडियो शुरू करते हैं। अस्सलाम वालेकुम। वालेकुम सलाम जी। हाफिज़ साहब क्या हाल चाल है? दुआ जी, शुक्र है रब दी दात। हाफिज़ साहब ज़रा अपना तारफ़ पे कराया जो मेरे नाजरीन में। तारफ़ अपना, मेरा नाम है हाफिज़ मोहम्मद अकमल। ठीक है। मैं रंगपुरे का रिहायशी हाँ, वाला वाले महल का। ठीक है। मेरा कारोबार है सर मवेशी का। मवेशी का किन्ने क डंगर रखे जी? डंगर माशाल्लाह इस वक्त तो साढ़े को 20 ने। ठीक है। पहले ज़्यादा सन, ठीक है। लेकिन अब ਜਿਹੜਾ 20 ਡੰਗਰ ਰੱਖੇ ਨੇ। ठीक। वो उधर उरे वाले चौक भी ਤੁਹਾਡੇ पाना है? ਹਾਂ, ਸਾਡਾ ਜਿਹੜਾ ਨਾ ਦਜੋਵਾਲ ਸੀ ਪਹਿਲੇ ਡੇਰਾ, ठीक है। ਉੱਥੇ ਵੀ ਮਾਸ਼ਾਅੱਲਾ ਅਸਾਂ ਕਾਫੀ ਡੰਗਰ ਰੱਖੇ ਦੇ ਸਨ। ठीक है। ਤੇ ਉਹ ਨਾ ਇਹ ਨੇੜੇ ਕਰਕੇ ਨਾ ਆਪਣੇ ਰਿਹਾਇਸ਼ ਦੇ ਕੋਲ ਇਹ ਸਿਲਸਿਲਾ ਸ਼ੁਰੂ ਕੀਤਾ। अच्छा हाफिज़ साहब दसो कि डंगरां दा कारोबार, मझां दा कारोबार शुरू करने वास्ते ਇਹਦੀ ਸੈਟਿੰਗ 'ਚ ਕਿਹੜੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਯਾਨੀ ਕਿਹੜੀ ਮਸ਼ੀਨਰੀ ਚਾਹੀਦੀ ਹੈ, ਕੀ ਹੋਣਾ ਚਾਹੀਦਾ ਬੰਦੇ ਕੋਲ ਤੇ ਉਹ ਬੰਦਾ ਕੰਮ ਸ਼ੁਰੂ ਕਰ ਸਕਦਾ ਹੈ? ਡੰਗਰਾਂ ਦਾ ਕੰਮ ਕਰਨ ਵਾਸਤੇ ਮਸ਼ੀਨਰੀ ਤੇ ਆਈ ਹੈ, ਇਹਦਾ ਸਿਲਸਿਲੇ ਪੂਰੇ ਹੋਣੇ ਚਾਹੀਦੇ ਨੇ। ਸਭ ਤੋਂ ਪਹਿਲੇ ਵਾੜਾ ਹੋਣਾ ਚਾਹੀਦਾ। ਠੀਕ ਹੈ। ਜੇ ਤਕਰੀਬਨ 20 ਡੰਗਰ ਨੇ ਤੇ ਇਹਨਾਂ ਵਾਸਤੇ ਇੱਕ ਕਨਾਲ ਜਗ੍ਹਾ ਚਾਹੀਦੀ ਹੈ। ਠੀਕ ਹੈ। ਇੱਕ ਕਨਾਲ ਜਗ੍ਹਾ ਦੇ ਵਿੱਚ ਇਹਨਾਂ ਦਾ ਸਿਸਟਮ ਹੋਏਗਾ, ਉਹਦੇ ਵਿੱਚ ਖੁਰਲੀਆਂ ਬਣਨਗੀਆਂ। ਠੀਕ ਹੈ। ਪਾਣੀ ਵਾਲੀ ਚਰਾਈ ਬਣੇਗੀ। ਠੀਕ ਹੈ। ਤੇ ਉਸ ਤਰੀਕੇ ਨਾਲ ਲੇਬਰ ਦਾ ਬੰਦੋਬਸਤ। ਪਾਣੀ ਵਾਲੀ ਚਰਾਈ ਕਿੱਡੀ ਹੋਣੀ ਚਾਹੀਦੀ ਹੈ? ਪਾਣੀ ਵਾਲੀ ਚਰਾਈ ਕਮ ਸੇ ਕਮ 10 ਫੁੱਟ ਦੀ ਹੋਣੀ ਚਾਹੀਦੀ ਹੈ। 10 ਫੁੱਟ ਲੰਬਾਈ ਹੋਏ ਉਹਦੀ। ਠੀਕ ਹੈ। 3 ਫੁੱਟ ਚੜਾਈ ਹੋਏ। ਠੀਕ ਹੈ। ਉਹਦੀ ਸਫਾਈ ਹੋਣੀ ਚਾਹੀਦੀ ਹੈ। ਪਾਣੀ ਵਾਲੀ ਚਰਾਈ ਜਿਹੜਾ ਬੰਦਾ ਤਿਆਰ ਕਰਦਾ ਉਹਨੂੰ ਕਮ ਸੇ ਕਮ 1 ਮਹੀਨੇ ਦੇ ਬਾਅਦ ਉਹਨੂੰ ਚੂਨਾ ਮਾਰਨਾ। ਠੀਕ ਹੈ। ਅੰਦਰ ਚੂਨਾ ਮਾਰਨਾ ਤਾਂ ਕਿ ਉਹਦੇ ਅੰਦਰ ਪਾਣੀ ਦੇ ਅੰਦਰ ਕੀੜੇ ਸ਼ੀੜੇ ਨਾ ਪੈਦਾ ਹੋਣ। ਸਭ ਤੋਂ ਜ਼ਿਆਦਾ ਮਸਲਾ ਡੰਗਰਾਂ ਦੀ ਖੁਰਾਕ ਦਾ ਪਹਿਲੇ ਨੰਬਰ ਤੇ ਪਾਣੀ ਦਾ। ਠੀਕ ਹੈ। ਜੇ ਪਾਣੀ ਦਾ ਸਿਲਸਿਲਾ ਸਹੀ ਹੈ ਤਾਂ ਸਮਝੋ ਸਭ ਕੁਝ ਠੀਕ ਹੈ। ਠੀਕ ਹੈ। ਤੇ ਜਿਹੜੇ ਬੰਦੇ ਮਾਰ ਰੱਖਣਾ, ਸਭ ਤੋਂ ਪਹਿਲੇ ਵੇਖੇ ਮੈਂ ਜਿੱਥੋਂ ਪਾਣੀ ਟਾਨਾ ਉਹ ਸਾਫ਼ ਹੈ ਕਿ ਗੰਦਾ ਹੈ। ਠੀਕ ਹੈ। ਸਾਫ਼ ਪਾਣੀ ਦਾ ਤੇ ਗੰਦੇ ਪਾਣੀ ਦਾ ਬੜਾ ਫਰਕ ਹੁੰਦਾ। ਉਹਦੇ ਨਾਲ ਕੀੜੇ ਪੈਦਾ ਹੁੰਦੇ ਨੇ, ਫਿਰ ਮਾਲ ਦੇ ਅੰਦਰ ਤੇ ਤੁਸੀਂ ਕਿਰਮ ਪੈਦਾ ਹੋ ਜਾਂਦੇ ਨੇ। ਬੜੀ ਅੱਛੀ ਗੱਲ ਦੱਸੀ। ਉਹਦੀ ਵਜ੍ਹਾ ਤੋਂ ਮਾਲ ਦਾ ਨੁਕਸਾਨ ਹੁੰਦਾ ਜੀ। ਫਿਰ ਜੇ ਮਾਲ ਜਿਸ ਬੰਦੇ ਨੇ ਰੱਖਿਆ ਦਾ ਉਹਨੂੰ ਹਰ 3 ਮਹੀਨੇ ਦੇ ਬਾਅਦ ਇਹਨਾਂ ਨੂੰ ਦਵਾਈ ਪਿਲਾਉਣੀ ਚਾਹੀਦੀ ਹੈ। ਠੀਕ ਹੈ। ਆ ਕੇ ਕਮ ਸੇ ਕਮ ਇਹਨਾਂ ਨੂੰ ਕਿਸੇ ਕਿਸਮ ਕਿਹੜੀ ਦਵਾਈ ਪਿਲਾਣੀ ਚਾਹੀਦੀ? ਨਿਲਜੈਨ ਵਗੈਰਾ ਕੋਈ ਕੀੜੇ ਮਾਰ ਅੰਦਰੂਨੀ ਕੀੜੇ ਮਾਰ ਕਿਰਮਾ ਵਾਲੀ ਦਵਾਈ। ਕਿਰਮਾ ਵਾਲੀ ਦਵਾਈ। ਠੀਕ। ਕਿਰਮਾ ਵਾਲੀ ਦਵਾਈ ਪਿਲਾਉਣੀ ਚਾਹੀਦੀ ਹਰ 3 ਮਹੀਨੇ ਬਾਅਦ। ਤੇ ਇਹਨਾਂ ਨੂੰ ਪੱਠਿਆਂ ਵਾਲੀ ਖੁਰਲੀਆਂ ਕਿੰਨੀਆਂ ਚਾਹੀਦੀਆਂ ਹੁੰਦੀਆਂ ਨੇ 20 ਡੰਗਰਾਂ ਨੂੰ? 20 ਡੰਗਰ ਨੂੰ ਤੁਸੀਂ ਹਿਸਾਬ ਲਾ ਲਵੋ, ਕਮ ਸੇ ਕਮ 50-50 ਫੁੱਟ ਦੀਆਂ 2 ਖੁਰਲੀਆਂ ਹੋਣ, 60-60 ਫੁੱਟ ਦੀਆਂ। ਠੀਕ ਹੈ। ਤੇ 3-3 4-4 ਫੁੱਟ ਤੇ ਕੁੰਡਾ ਲੱਗਾ ਹੁੰਦਾ। ਠੀਕ ਹੈ। ਉਹ ਐ ਵੇ ਕਮਾਲ ਆਰਾਮ ਨਾਲ ਪੱਠੇ ਛੱਠੇ ਪਿਆ ਖਾਂਦੇ ਆਪਣੇ ਸਿਲਸਿਲਾ ਕਰ। ਸਰਦੀ ਔਰ ਬਾਰਿਸ਼ ਤੋਂ ਢੱਕਣ ਵਾਸਤੇ ਇਹਨਾਂ ਨੂੰ ਕਿੰਨਾ ਕੁ ਵੱਡਾ ਛੱਤ ਯਾਨੀ ਸ਼ੈੱਡ ਬਣਾਇਆ ਜਾਣਾ ਚਾਹੀਦਾ? ਤੁਸੀਂ ਇਹ 20 ਡੰਗਰ ਰੱਖਦੇ ਹੋ, ਇਹਦਾ ਕਮ ਸੇ ਕਮ 60 ਫੁੱਟ ਲੰਬਾਈ ਚੌੜਾਈ ਕਰ ਲਵੋ, ਲੰਬਾਈ ਕਰ ਲਵੋ, 20 ਫੁੱਟ ਚੌੜਾਈ ਕਰ ਲਵੋ। ਉਹਦੇ ਨਾਲ ਆਸਤਾ ਡਬਲ ਲੈਣ ਤੇ 2 ਡੰਗਰ ਲੱਗ ਜਾਂਦੇ ਨੇ। ਤੇ ਬਿਹਤਰੀਨ ਕਮਰਾ ਇਹਨਾਂ। ਇਹ ਲੋਹੇ ਦੇ ਸ਼ੈੱਡ ਦਾ 20 ਡੰਗਰਾਂ ਦਾ ਲੋਹੇ ਦਾ ਸ਼ੈੱਡ ਹੈ ਤੁਸੀਂ ਬਣਾਇਆ, ਉੱਤੇ ਨਜ਼ਰ ਆਉਣ ਡਿਆ ਹੈ। ਕਿੰਨੇ ਦਾ ਬਣ ਜਾਂਦਾ ਇਹ ਸ਼ੈੱਡ? ਤਕਰੀਬਨ ਅੰਦਾਜ਼ਨ ਕੋਈ 2 ਲੱਖ ਰੁਪਏ ਦਾ ਬਣ ਜਾਂਦਾ। 2 ਲੱਖ ਰੁਪਏ ਦਾ? ਹਾਂ, ਸ਼ੈੱਡ ਜਿਹੜਾ ਹਾਲੀ ਨਾ 2 ਲੱਖ ਰੁਪਏ। ਤੇ ਪੱਠਿਆਂ ਵਾਸਤੇ ਕਿੰਨੀਆਂ ਕੁ ਮਸ਼ੀਨਾਂ ਲਾਉਣੀਆਂ ਪੈਂਦੀਆਂ ਨੇ ਇਹਦੀਆਂ ਡੰਗਰਾਂ ਦੇ? ਪੱਠਿਆਂ ਵਾਸਤੇ ਕੋਈ ਨਹੀਂ, ਇੱਕ ਟੋਕਾ ਮਸ਼ੀਨ ਹੋਣੀ ਚਾਹੀਦੀ ਹੈ। ਠੀਕ ਹੈ। ਇੱਕ ਮਸ਼ੀਨ ਹੋਣੀ ਚਾਹੀਦੀ ਹੈ। ਬੰਦੇ 2-3 ਚਾਹੀਦੇ ਨੇ। ਅਗਰ ਬੰਦੇ ਟੋਕਾ ਪੱਠੇ ਬਾਜ਼ਾਰ ਤੋਂ ਆਣੇ ਨੇ ਫਿਰ 2 ਬੰਦੇ ਨਾਲ ਵੀ ਕੰਮ ਚੱਲ ਜਾਂਦਾ। ਨਹੀਂ ਤਾਂ 3 ਬੰਦੇ ਚਾਹੀਦੇ ਨੇ ਜਿਨ੍ਹਾਂ ਪੈਲੀ ਚੋਂ ਕੱਟ ਕੇ ਲਿਆ ਕੇ ਪਾਣੇ ਨੇ। ਅਸਲ ਇਹ ਕਾਰੋਬਾਰ ਹੁਣ ਉਹਨਾਂ ਬੰਦਿਆਂ ਦਾ ਰਹਿ ਗਿਆ ਜਿਨ੍ਹਾਂ ਦਾ ਜ਼ਿਮੀਂਦਾਰ ਆਪਣਾ। ਠੀਕ ਹੈ। ਜਿਹੜੇ ਬੰਦੇ ਦਾ ਆਪਣਾ ਸਿਲਸਿਲਾ ਨਹੀਂ ਨਾ ਪੱਠੇ ਦੱਥੇ ਦਾ, ਉਹ ਫੇਲ ਹੋ ਜਾਂਦਾ। ਕਿਉਂਕਿ ਜ਼ਿਮੀਂਦਾਰ ਨੂੰ ਇਹ ਫਾਇਦਾ ਹੋ ਜਾਂਦਾ, ਪੱਕੀ ਫਸਲ ਨਾਲੋਂ ਕੱਚੀ ਫਸਲ ਉਹਦੇ ਰੋਜ਼ ਦੇ ਰੋਜ਼ ਸਿਲਸਿਲਾ ਬਣ ਜਾਂਦਾ। ਠੀਕ ਹੈ। ਉਹਦੇ ਘਰ ਦੇ ਪੱਠੇ ਹੁੰਦੇ ਨੇ, ਘਰ ਦੇ ਦਾਲ ਮੁਰਗੀ ਬਰਾਬਰ ਹੋ ਜਾਂਦੀ ਹੈ। ਠੀਕ ਹੈ। ਮੁਰਗੀ ਦਾਲ ਬਰਾਬਰ ਹੋ ਜਾਂਦੀ ਹੈ। ਚਲੋ ਗੱਲ ਹੈ ਜਿਵੇਂ ਜਟਕੀ ਮਿਸਾਲ ਬਣੀ। ਜੀ ਜੀ। ਜਿਸ ਬੰਦੇ ਕੋਲ ਇਹ ਸਿਲਸਿਲਾ ਨਹੀਂ ਨਾ ਆਪਣਾ, ਜਿਹੜਾ ਖੁਦ ਨਹੀਂ ਕਰ ਸਕਦਾ, ਪੱਠੇ ਨਹੀਂ ਕਰ ਸਕਦਾ, ਜਾਂ ਕੋਈ ਮਾਲ ਨੂੰ ਦੇਰ ਤੱਕ ਨਹੀਂ ਸਕਦਾ ਕਿ ਮੈਂ ਨੌਕਰ ਰੱਖਾਂ, ਨੌਕਰਾਂ ਦਾ ਕੰਮ, ਉਹ ਬਿਲਕੁਲ ਝੂਠ ਹੈ। ਠੀਕ ਹੈ। ਉਹਦੇ 'ਚ ਐਵੇਂ ਬੰਦਾ ਕਿਸੇ ਨੂੰ ਗਲਤ ਗਾਈਡ ਕਰਨ ਵਾਲੀ ਗੱਲ ਹੈ। ਠੀਕ ਹੈ। ਮੇਰਾ ਅਕਸਰ ਬੰਦਿਆਂ ਨਾਲ ਇਹ ਮਸ਼ਵਰਾ ਹੁੰਦਾ, 20-25 ਸਾਲ ਤੋਂ ਕੰਮ ਕਰਦਾ ਹੁੰਦਾ ਕਿ ਜਿਹਦੇ ਕੋਲ ਲੇਬਰ ਨਹੀਂ ਉਹ ਕੰਮ ਨਾ ਕਰੇ। ਠੀਕ ਹੈ।
ਕਿਉਂਕਿ ਸਭ ਤੋਂ ਮੇਨ ਮਸਲਾ ਲੇਬਰ ਦਾ। ਉਹ ਬੰਦਾ ਮਾਰ ਰੱਖ ਲੈਂਦਾ, ਉਹਨੂੰ ਪਤਾ ਹੀ ਨਹੀਂ ਹੈ ਵਜ੍ਹਾ ਡੰਗਰ ਨੂੰ ਕੀ ਹੋਇਆ, ਡੰਗਰ ਬੁਖਾਰ ਹੋਇਆ, ਡੰਗਰ ਪੱਠੇ ਨਹੀਂ ਖਾਂਦਾ ਪਿਆ, ਕਿਸ ਵਜ੍ਹਾ ਤੋਂ ਨਹੀਂ ਖਾਂਦਾ ਪਿਆ। ਠੀਕ ਹੈ। ਇਹ ਡੰਗਰ ਅੱਜ ਚੋਇਆ ਇੱਕ ਥਣ ਨਹੀਂ ਪਸਮਿਆ, ਕਿਸ ਵਜ੍ਹਾ ਤੋਂ ਨਹੀਂ ਪਸਮਿਆ। ਉਹ ਨੌਕਰ ਨੇ ਚੋਇਆ ਨਹੀਂ ਦੱਸਿਆ, ਦੂਸਰੇ ਸਾੜੂ ਪੈ ਗਿਆ, ਤੁਸੀਂ 2 ਤੋਂ 2.5 ਲੱਖ ਰੁਪਏ ਦੀ ਮੱਝ ਆਉਂਦੀ ਹੈ। ਠੀਕ ਹੈ। ਅਗਰ ਨੁਕਸਾਨ ਇੱਕ ਥਣ ਵੀ ਖਰਾਬ ਹੋ ਜਾਂਦਾ, ਸਮਝੋ ਤੁਹਾਡੀ 3 ਗੁਣਾ ਰਕਮ ਉੱਡ ਗਈ। ਠੀਕ ਹੈ। ਕਿਸੇ ਬੰਦੇ ਨੂੰ ਵੀ ਤੁਸੀਂ ਪਾਸ ਕਰਾਓਗੇ ਨਹੀਂ ਹੋਏਗੀ। 3 ਨੌਕਰਾਂ ਦਾ 20 ਡੰਗਰਾਂ ਵਾਸਤੇ ਕਿੰਨਾ ਖਰਚਾ ਆ ਜਾਂਦਾ? 3 ਨੌਕਰਾਂ ਦਾ ਇੱਕ ਬੰਦੇ ਦਾ ਕਿੰਨਾ ਖਰਚਾ ਪੈ ਜਾਂਦਾ? ਇੱਕ ਬੰਦੇ ਦਾ ਜਿਹੜਾ ਨਾ ਖਰਚਾ ਕਮ ਸੇ ਕਮ ਅਗਰ ਉਹਦੀ 15,000 ਰੁਪਏ ਵੀ ਤਨਖਾਹ ਹੋਏਗੀ ਨਾ ਤਾਂ 25,000 ਰੁਪਏ ਚ ਪਏਗਾ ਇੱਕ ਬੰਦਾ, ਕਿਉਂਕਿ ਉਹਨੇ 3 ਟਾਈਮ ਖਾਣਾ ਖਾਣਾ ਹੈ। ਠੀਕ ਹੈ। ਉਹਨੇ ਕੋਈ ਸਿਗਰਟ ਵੀ ਪੀਣਾ, ਕੋਈ ਦੁੱਧ ਵੀ ਲੈਣਾ ਤੁਹਾਡੇ ਕੋਲ। ਠੀਕ ਹੈ। ਉਹ ਅਕਸਰ ਉਹਨੇ ਆਪਣੀ ਜ਼ਰੂਰੀਅਤ ਪੂਰੀ ਕਰਨੀ ਹੈ। ਸਾਡੇ ਕੋਲ ਬੰਦੇ ਜਿੰਨੇ ਵੀ ਕੰਮ ਕਰਦੇ ਨੇ ਜੀ, ਉਹ ਤਨਖਾਹ ਤੋਂ ਇਲਾਵਾ ਖਰਚਾ ਸਾਰਾ ਸਾਡਾ ਜ਼ਾਤੀ ਆਪਣਾ ਹੁੰਦਾ। ਠੀਕ ਹੈ। ਕਿਉਂਕਿ ਜੇ ਇਹ ਵੇਖੋ ਜਿਹੜੇ 80 ਤੇ ਔਸਤ ਹੈ ਕੱਢੀਏ, ਜਿਹੜੇ ਬੰਦੇ ਦੀ 15,000 ਰੁਪਏ ਤਨਖਾਹ ਦੇਣੇ ਉਹਨੂੰ 25,000 ਰੁਪਏ ਚ ਪੈਂਦਾ। ਸਹੀ ਹੋ ਗਿਆ। 3 ਬੰਦੇ ਜਿਹੜੇ ਨੇ 75,000 ਰੁਪਏ ਚ ਪੈ ਜਾਂਦੇ ਨੇ। ਠੀਕ ਹੈ। ਇਹ ਜਿਹੜੇ ਬੰਦੇ ਨੇ ਕੰਮ ਕਰਨਾ ਹੈ ਗੱਲ ਧਿਆਨ ਚ ਰੱਖੇ ਕਿ ਮੈਨੂੰ ਜਿਹੜਾ ਨਾ ਕਮ ਸੇ ਕਮ 75,000 ਰੁਪਏ ਜਾਂ 3 ਬੰਦਿਆਂ ਦਾ ਉਹ ਖਰਚਾ ਪੈਣਾ, ਉਸ ਤੋਂ ਬਾਅਦ ਦਾ ਕੰਮ ਸ਼ੁਰੂ ਹੋਣਾ। ਤੁਸੀਂ ਇਹ 20 ਮੱਝਾਂ ਰੱਖੀਆਂ ਨੇ, 20 ਮੱਝਾਂ ਕਿੰਨਾ ਕੁ ਦੁੱਧ ਦੇ ਛੱਡਦੇ ਨੇ? ਯਾਨੀ 20 ਮੱਝਾਂ ਤੋਂ ਤੁਹਾਨੂੰ ਇਨਕਮ ਕਿੰਨੀ ਕੁ ਹੋ ਜਾਂਦੀ ਹੈ? ਇੱਕ ਤਾਂ ਤੁਸੀਂ ਦੱਸਿਆ ਨਾ ਕਿ ਇਹਨਾਂ ਨੂੰ ਪੱਠਿਆਂ ਦਾ ਖਰਚਾ ਹੁੰਦਾ ਹੈ। ਹਾਂ, ਇੱਕ ਗੱਲ ਮਿਸ ਹੋ ਗਈ, ਪੱਠਿਆਂ ਦਾ ਇੱਕ ਮੱਝ ਦਾ ਦਿਹਾੜੀ ਦਾ ਕਿੰਨਾ ਖਰਚਾ ਹੁੰਦਾ? ਪੱਠੇ ਆਪਣੀ ਮਰਜ਼ੀ ਦੇ ਪਾਣੇ ਨੇ। ਦੇਖੋ ਪੱਠਿਆਂ ਦਾ ਸਿਲਸਿਲਾ ਜਿਹੜਾ ਨਾ, ਜਿਹੜੇ ਬੰਦੇ ਨੇ ਤੇ ਕੰਡੇ ਤੋਂ ਟੋਕੇ ਤੋਂ ਪੱਠੇ ਲੈ ਕੇ ਪੈਣੇ ਨੇ, ਉਹਦੀ ਐਵਰੇਜ ਜਾ ਰਹੀ ਹੈ 200 ਤੋਂ ਮਣ। ਠੀਕ ਹੈ। ਤੇ ਇੱਕ ਮੱਝ ਜਿਹੜੀ ਹੈ 2 ਮਣ ਪੱਠੇ ਆਰਾਮ ਨਾਲ ਖਾ ਜਾਂਦੀ। ਠੀਕ ਹੈ। ਉਸ ਤੋਂ ਬਾਅਦ ਤੂੜੀ ਅੱਜ ਕੱਲ੍ਹ ਤਾਂ ਤੂੜੀ ਦਾ ਨਾਂ ਹੀ ਨਹੀਂ ਲਿਆ ਜਾਂਦਾ ਪਿਆ। ਜਿਹੜੀ ਅੱਜ ਕੱਲ੍ਹ ਸਾਡੇ ਸਿਆਲਕੋਟ ਦੇ ਵਿੱਚ ਤੂੜੀ ਵਿਕਦੀ ਪਈ 1,000 ਰੁਪਏ ਤੋਂ ਮਣ ਵਿਕਦੀ ਹੈ। ਠੀਕ ਹੈ। ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ। ਜਿਹੜੇ 2 ਮਹੀਨੇ ਹੁੰਦੇ ਨੇ, ਜਿਹੜੇ ਬੰਦੇ ਦਾ ਆਪਣਾ ਸਿਲਸਿਲਾ ਨਹੀਂ ਨਾ ਤੂੜੀ ਦਾ ਜਾਂ ਪੱਠੇ ਦਾ ਆਪਣਾ ਨਹੀਂ ਕੀਤਾ ਦਾ ਮੁੱਲ ਲੈ ਕਰਨਾ, ਇਹ 2 ਦਿਨ ਮਹੀਨੇ ਤੇ ਸਾਰਾ ਉਹਦਾ ਨੁਕਸਾਨ ਹੀ ਹੁੰਦਾ। ਠੀਕ ਹੈ। ਕਿਉਂਕਿ ਇੱਕ ਦੁੱਧ ਦੀ ਮਾਰਕੀਟ ਕੋਈ ਨਹੀਂ ਹੁੰਦੀ। ਠੀਕ ਹੈ। ਤੇ ਦੂਸਰੇ ਨੰਬਰ ਤੇ ਜਿਹੜਾ ਨਾ ਇਹ ਮਸਲਾ ਬਣ ਜਾਂਦਾ ਉਹਨਾਂ ਦਾ। ਜਿਹਦਾ ਆਪਣਾ ਹੁੰਦਾ ਉਹਨੂੰ ਕਿੰਨਾ ਕੁ ਪੈ ਜਾਂਦਾ ਖਰਚ? ਜਿਹਦਾ ਆਪਣਾ ਹੁੰਦਾ ਹੈ ਉਹ ਤੇ ਆਪਣੀ ਸਮਝੋ ਉਹਨੇ ਜਿਹੜੀ ਫਸਲ ਕੱਟਣੀ ਉਹਦਾ ਰਕਬਾ 10 ਕਿੱਲੇ, ਕਮ ਸੇ ਕਮ 10 ਕਿੱਲੇ ਰਕਬਾ ਜਿਹੜਾ ਉਹਨਾਂ ਦਾ ਚੱਲ ਜਾਂਦਾ। 30-40 ਡੰਗਰ ਹੋਣ ਤਾਂ 10 ਕਿੱਲੇ ਰਕਬਾ ਹੋਣਾ ਚਾਹੀਦਾ। 20 ਡੰਗਰ ਤਾਂ 5-6 ਕਿੱਲੇ ਲਾ ਲਓ। ਠੀਕ ਹੈ। 5 ਤੋਂ 6 ਕਿੱਲੇ ਜਿਹਦਾ ਰਕਬਾ ਆਪਣਾ ਉਹ ਹੈ, ਸਮਝੋ ਕੋ ਜਿਹੜਾ ਆਪਣਾ ਉਹਦਾ ਸਾਲ ਦਾ ਖਰਚਾ ਹੈ ਉਹ ਉਹਦੇ ਲਈ ਬਿਹਤਰ ਰਹਿ ਜਾਂਦਾ। ਉਹ ਅੱਛੇ ਤਰੀਕੇ ਨਾਲ ਪੱਠੇ ਪਾ ਲੈਂਦਾ। ਉਹਦੇ ਜਿਹੜੇ ਪਿੱਛੇ ਬੱਚੜੇ ਹੁੰਦੇ ਨੇ, ਛੋਟੇ ਬੱਚੇ ਕੱਟੇ ਹੁੰਦੇ ਨੇ, ਉਹ ਅੱਛੇ ਤਰੀਕੇ ਨਾਲ ਪਲ ਜਾਂਦੇ ਨੇ। ਠੀਕ ਹੈ। ਉਹ ਅਗਰ ਸਾਲ ਬਾਅਦ ਹਿਸਾਬ ਕਰਦਾ ਉਹਨੂੰ ਕੋਈ 20 ਡੰਗਰਾਂ ਤੇ ਤੁਸੀਂ 20 ਬੱਚੇ ਤੇ ਨਾ ਸਮਝੋ ਤੇ ਕਮ ਸੇ ਕਮ 10 ਦੀ ਐਵਰੇਜ ਰੱਖੋ। ਯਾਨੀ 20 ਡੰਗਰ 10 ਬੱਚੇ ਦੇ ਛੱਡਦੇ ਨੇ ਸਾਲ ਦੇ? ਦਿੰਦੇ 20 ਨੇ। ਠੀਕ ਹੈ। ਜਦੋਂ ਉਹਨੇ ਲੈਣੀ ਹੈ ਤਾਜ਼ੀ ਮੱਝ ਹੀ ਲੈਣੀ ਹੈ, ਖੰਗੜੀ ਤੇ ਨਹੀਂ ਲੈਣੀ। ਜਿਹਨੇ ਦੁੱਧ ਦਾ ਕਾਰੋਬਾਰ ਕਰਨਾ, ਲੇਕਿਨ ਉਹਨਾਂ ਨੇ ਬਚਣ ਦੀ ਕੋਸ਼ਿਸ਼ ਕਰਨੀ ਹੈ ਕਿ ਮਵੇਸ਼ੀ ਛੋਟੇ ਬੱਚੇ ਜਿਹੜੇ ਨੇ ਬੜੇ ਔਖੇ ਬਚਦੇ ਨੇ। ਠੀਕ ਹੈ। ਤੁਸੀਂ 20-10 ਦੀ ਐਵਰੇਜ ਲਾ ਲਓ। ਠੀਕ ਹੈ। ਉਹ 10 ਡੰਗਰਾਂ ਨੂੰ ਛੋਟਿਆਂ ਬੱਚਿਆਂ ਨੂੰ ਅੱਛੇ ਪੱਠੇ ਪਾਉਂਦਾ, ਅੱਛੀ ਪਰਵਰਿਸ਼ ਕਰਦਾ ਉਹਦੀ। ਉਹ ਜਨਾਬੇ ਵਾਲਾ ਕਮ ਸੇ ਕਮ ਸਾਲ ਦੇ ਵਿੱਚ ਕੁਛ ਨਹੀਂ ਦਾ 40,000 ਰੁਪਏ ਤੋਂ 50,000 ਰੁਪਏ ਡੰਗਰ ਇੱਕ ਬਣਾਉਂਦਾ। ਅਸਲ ਉਹਦੀ ਬੱਚਤ ਇਹ ਹੁੰਦੀ ਉਹ ਬੱਚਾ ਯਾਨੀ 10 ਬੱਚੇ ਨੇ ਤੇ 40,000 ਦੇ ਹਿਸਾਬ ਨਾਲ 4 ਲੱਖ ਰੁਪਇਆ ਉਹਨਾਂ ਨੂੰ 4 ਲੱਖ ਅਸਲ ਸਾਡੇ ਨਜ਼ਰੀਏ ਨਾਲ ਉਹ ਬੱਚਤ ਹੈ। ਠੀਕ ਹੈ। ਬਾਕੀ ਖਰਚੇ ਨੇ, ਅਖਰਾਜਾਤ ਨੇ, ਅੱਗੇ ਪਿੱਛੇ ਉਹ ਸਾਡੇ ਨਜ਼ਰੀਏ ਨਾਲ ਉਹ ਬੰਦਾ ਅੱਛੇ ਤਰੀਕੇ ਨਾਲ ਸਿਲਸਿਲਾ ਕਰੇ ਨਾ, ਇਹ ਹੀ ਬੱਚਤ ਹੁੰਦੀ ਹੈ। 20 ਡੰਗਰਾਂ ਚੋਂ ਦੁੱਧ ਦੀ ਕਿੰਨੀ ਕੁ ਬੱਚਤ ਹੋ ਜਾਂਦੀ ਹੈ? ਯਾਨੀ 20 ਡੰਗਰਾਂ ਚੋਂ ਦੁੱਧ ਦੀ ਔਸਤ ਕਿੰਨੀ ਕੁ ਹੈ? ਅਸੀਂ ਜਿਹੜੀ ਔਸਤ ਲਾਉਂਦੇ ਆ ਨਾ, ਮਾਲ ਖੰਗੜਾ ਵੱਧ ਘੱਟ ਅੱਗੇ ਪਿੱਛੇ ਹੁੰਦਾ। ਅਸੀਂ ਇਹਨੇ ਜਿਹੜਾ ਡੰਗਰ 8 ਕਿਲੋ ਦੁੱਧ ਦੀ ਐਵਰੇਜ ਕਰਦਾ ਨਾ, ਠੀਕ ਹੈ, ਉਹ ਬਹੁਤ ਬਿਹਤਰ ਹੈ। ਠੀਕ ਹੈ। ਯਾਨੀ ਕਿ ਤੁਸੀਂ 20 ਡੰਗਰ ਲਾਏ ਨੇ ਤੇ ਉਹ 8 ਦੂਆ 16। ਠੀਕ ਹੈ। 4 ਮਣ ਦੁੱਧ ਹੋ ਜਾਂਦਾ। ਠੀਕ ਹੈ। ਸਾਡੇ ਹਿਸਾਬ ਨਾਲ ਐਵਰੇਜ ਨਾਲ ਲੈ ਹੀ ਦੁੱਧ ਹੁੰਦਾ। ਠੀਕ ਹੈ। ਸਹੀ ਐਵਰੇਜ ਕਿਸੇ ਮੱਝ ਨੇ 2 ਕਿਲੋ ਦੇਣਾ, ਕਿਸੇ ਨੇ 5 ਕਿਲੋ ਦੇਣਾ, ਕਿਸੇ ਨੇ 10 ਕਿਲੋ ਦੇਣਾ। ਠੀਕ ਹੈ। ਕਿਸੇ ਨੇ 8 ਕਿਲੋ ਦੇਣਾ। ਠੀਕ ਹੈ। ਯਾਨੀ ਕਿ ਐਵਰੇਜ 8 ਕਿਲੋ ਤੇ ਆ ਜਾਂਦੀ ਹੈ। ਚੰਗੀ ਮਾੜੀ ਲਾ ਕੇ ਉਹਦੇ ਅੱਛਾ ਪੀਰੀਅਡ ਬੜੀ ਅੱਛੀ ਐਵਰੇਜ ਜਿਹੜੀ ਜਿਹਦੀ ਮੱਝ ਅਗਰ ਗਵਾਲ ਜਿਹੜੀ ਹੈ ਨਾ 8 ਕਿਲੋ ਦੀ ਹੈ ਨਾ, ਉਹ ਬੰਦਾ ਡੋਲਦਾ ਨਹੀਂ। ਠੀਕ ਹੈ। 8 ਕਿਲੋ ਦੀ ਐਵਰੇਜ ਜਿਹੜੀ ਹੈ ਬਹੁਤ ਬਿਹਤਰ ਹੈ। ਠੀਕ ਹੈ। ਕਮਾਲ ਵਾਸਤੇ ਸਿਆਲਕੋਟ 'ਚ ਦੁੱਧ ਦਾ ਕੀ ਰੇਟ ਹੈ? ਸਾਡੇ ਸਿਆਲਕੋਟ 'ਚ ਦੁੱਧ ਦਾ ਰੇਟ ਅਸੀਂ ਜਿਹੜਾ ਦੁੱਧ ਦੇ ਰਹੇ ਹਾਂ ਨਾ, ਉਹ 90 ਰੁਪਏ ਕਿਲੋ ਦੇ ਰਹੇ ਹਾਂ। ਅੱਛਾ। ਠੀਕ ਹੈ। ਖਾਲਸ ਦੁੱਧ ਦੇਣਾ, ਦੁੱਧ 1 ਨੰਬਰ ਦੇਣਾ, 2 ਨੰਬਰ ਕਾਰੋਬਾਰ ਜ਼ਿੰਦਗੀ 'ਚ ਨਾ ਕੀਤਾ ਨਾ ਕਰਨਾ। ਤੁਹਾਡੀ ਮਸ਼ਹੂਰੀ ਸੁਣੀ ਹੈ, ਬਲਾਲ ਸਾਹਿਬ ਨੇ ਦੱਸਿਆ ਕਿ ਦੁੱਧ ਮੈਂ 1 ਨੰਬਰ ਦੇਣਾ। ਜਿੱਥੇ ਵੀ ਅਲਹਮਦੁਲਿਲਾ ਅਸੀਂ
ਪਹਿਲੇ ਨੰਬਰ ਤੇ ਜਿਹੜੇ ਦਿਨ ਅਸੀਂ ਸ਼ੁਰੂ ਕੀਤਾ ਨਾ ਪਹਿਲੇ ਦਿਨ ਤੋਂ ਇੱਕ ਦੁਕਾਨ ਤੇ ਦੁੱਧ ਦੇਣਾ ਠੀਕ ਹੈ ਸਾਡਾ ਮਿਆਰ ਹੈ ਕਿ ਅੱਜ ਵੀ ਅਸੀਂ ਉਸ ਦੁਕਾਨ ਤੇ ਦੁੱਧ ਦੇਣਾ ਜ਼ਬਰਦਸਤ ਜ਼ਬਰਦਸਤ ਕਿਉਂਕਿ ਸਾਨੂੰ ਇਸ ਗੱਲ ਦਾ ਕਿਆ ਕੋਈ ਬਾਤ ਹੈ, ਕਿਆ ਨਹੀਂ ਉਹ ਬਾਤ ਹੈ। ਸਵੇਰ ਖੜੇ ਸ਼ਾਮ ਨੂੰ ਖੜੇ ਜਿਹੜੇ ਵੇਲੇ ਮਰਜ਼ੀ ਆਏ ਨਾ ਆਏ ਦੁੱਧ ਚਲਾ ਜਾਣਾ ਅਲਹਮਦੁਲਿਲਾ ਜਦੋਂ ਮਰਜ਼ੀ ਚੈੱਕ ਕਰਨ ਸਾਨੂੰ ਕੋਈ ਪਰੇਸ਼ਾਨੀ ਨਹੀਂ। ਠੀਕ ਹੋ ਗਿਆ ਹੁਣ ਇੱਕ ਸਾਰੀ ਗੱਲ ਨੂੰ ਸਮ ਅਪ ਕਰੋ ਖਰਚਾ ਪਾ ਕੇ ਨੌਕਰਾਂ ਦਾ ਖਰਚਾ ਪਾ ਕੇ ਪੱਠਿਆਂ ਦਾ ਤੇ ਮੁਨਾਫਾ ਪਾ ਕੇ ਬਛੜਿਆਂ ਦਾ ਕੱਟਿਆਂ ਦਾ ਤੇ ਮੁਨਾਫਾ ਪਾ ਕੇ ਦੁੱਧ ਦਾ 20 ਡੰਗਰਾਂ 'ਚੋਂ ਸਾਲ ਦੀ ਕਿੰਨੀ ਕੁ ਬਚਤ ਹੋ ਜਾਂਦੀ ਹੈ ਹਾਂ ਅੱਲਾਹ ਪਾਕ ਮਾਲ ਦੀ ਹੈਰਫਰੀਅਤ ਰੱਖੇ ਜੀ ਤੁਹਾਨੂੰ ਗੱਲ ਦੱਸੀਏ ਕਿ ਅੱਲਾਹ ਪਾਕ ਹੈਰਫਰੀਅਤ ਰੱਖੇ ਮਾਲ ਦੀ ਤੇ ਸਾਡੇ ਹਿਸਾਬ ਨਾਲ 4 ਤੋਂ 5 ਲੱਖ ਰੁਪਇਆ ਬੰਦਾ ਕਮਾ ਜਾਂਦਾ ਕਮਾ ਜਾਂਦਾ ਠੀਕ ਹੈ ਮਾਲ ਦੀ ਖੈਰਫਰੀਅਤ ਹੋਣੀ ਚਾਹੀਦੀ ਸਭ ਤੋਂ ਵੱਡੀ ਗੱਲ ਹੈ ਠੀਕ। ਕਿਉਂਕਿ ਸਾਹ ਭਰੀਆਂ ਚੀਜ਼ਾਂ ਨੇ ਜੀ ਸਾਡਾ ਬੜਿਆਂ ਬੰਦਿਆਂ ਨੂੰ ਅਕਸਰ ਵਾਹ ਪਿਆ ਹੈ ਇਸ ਮਾਲ ਦੀ ਇਸ ਗੱਲ ਤੋਂ ਜ਼ਰਾ ਕੁ ਨਹੀਂ ਸਮਝ ਹੁੰਦੀ ਕਿਸੇ ਬੰਦੇ ਨੂੰ ਠੀਕ ਹੈ ਕਿਉਂਕਿ ਰਕਮ ਦਾ ਮਾਲ ਲੈਣਾ ਕੋਈ ਕਮੀ ਪੇਸ਼ੀ ਹੋ ਜਾਂਦੀ ਹੈ ਇਹਨੂੰ ਕੋਈ ਵੀ ਫਾਲਟ ਹੋ ਜੇ ਖਾਸ ਕਰਕੇ ਥਣ ਦਾ ਫਾਲਟ ਹੋ ਜੇ ਇਹਦਾ ਸਿੰਗ ਟੁੱਟ ਜਾਂਦਾ ਹੈ ਇਹਦੀ ਕੁਸ਼ਲ ਟੁੱਟ ਜਾਂਦੀ ਹੈ ਇਹਦੀ ਰਕਮ ਟੁੱਟ ਜਾਂਦੀ ਹੈ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਕੋਈ ਹਥਿਆਤੀ ਤਦਾਬੀਰ ਹੈ ਨੇ ਕਿ ਇਹਨਾਂ ਚੀਜ਼ਾਂ ਤੋਂ ਬੰਦਾ ਬਚਦਾ ਹੈ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਬੜਾ ਕੁਝ ਬਣਿਆ ਦਾ ਜੇ ਇhtiyat ਨਾਲ ਬੰਦਾ ਮਿਰਚ ਮਸਾਲਾ ਇਹਨੂੰ ਧਿਆਨ ਨਾਲ ਦੇ ਮਾਲ ਨੂੰ ਕਮ ਸੇ ਕਮ 8 ਦਿਨ ਬਾਅਦ ਮਿਰਚ ਤੇਲ ਦੇਣਾ ਚਾਹੀਦਾ ਠੀਕ ਹੈ ਤਾਂ ਕਿ ਮਾਲ ਸੈੱਟ ਰਹੇ ਠੀਕ ਹੈ ਉਸ ਤੋਂ ਇਲਾਵਾ ਅਗਰ ਕੋਈ ਕਮੀ ਪੇਸ਼ੀ ਹੋ ਜਾਂਦੀ ਹੈ ਤਾਂ ਉਹਦੇ ਇਲਾਜ ਮਾਰ ਕੇ ਬੜੇ ਨੇ ਡਾਕਟਰ ਦੇ ਨਾਲ ਰਿਵਿਊ ਕਰੇ ਕਿ ਮੇਰੀ ਮੱਝ ਨੂੰ ਸਾੜੂ ਪੈ ਗਿਆ ਠੀਕ ਹੈ ਇhtiyat ਕਰੇ ਅਕਸਰ ਬੰਦੇ ਪੁੱਛਦੇ ਬੜਾ ਕੁਝ ਨੇ ਜੀ ਲੇਕਿਨ ਉਹ ਕੰਮ ਨਹੀਂ ਪੂਰਾ ਕਰ ਸਕਦੇ ਸਾੜੂ ਦੇ ਬਾਰੇ 'ਚ ਬੜੇ ਦੋਸਤਾਂ ਨੇ ਸਵਾਲ ਪੁੱਛਿਆ ਕਿ ਸਾੜੂ ਭਾਈ ਤੇ ਉਹਦਾ ਕੋਈ ਇਲਾਜ ਹੈ ਜੀ ਕੋਈ ਟੋਟਕਾ ਤੁਸੀਂ 25 ਸਾਲ ਤੋਂ ਇਹ ਕੰਮ ਕਰ ਰਹੇ ਹੋ ਕੋਈ ਦੇਸੀ ਟੋਟਕਾ ਬਿਲਕੁਲ ਅਸੀਂ ਤੇ ਦੇਸੀ ਟੋਟਕਾ ਕਰਦੇ ਆ ਥੋਮ ਦੀ ਖੀਰ ਬਣਾ ਲੈਂਦੇ ਆ ਠੀਕ ਹੈ ਦੁੱਧ 'ਚ ਪਾ ਕੇ ਠੀਕ ਹੈ ਤੇ ਉਹ ਬਣਾ ਕੇ ਦਿੰਦੇ ਆ ਤੇ ਅੱਲਾਹ ਪਾਕ ਖੈਰ ਕਰ ਦਿੰਦਾ ਫਜ਼ਲ ਕਰਮ ਕਰ ਦਿੰਦਾ ਹਾਂ ਬਸ ਸਾਹਿਬ ਮੈਂ ਤੁਹਾਡੇ ਕੋਲ ਕਾਫੀ ਸਾਰੀ ਮਾਲੂਮਾਤ ਲਈਆਂ ਨੇ ਕੋਈ ਐਸੀ ਗੱਲ ਜਿਹੜੀ ਮੈਂ ਤੁਹਾਡੇ ਕੋਲ ਨਹੀਂ ਪੁੱਛ ਸਕਿਆ ਤੁਸੀਂ ਮੇਰੇ ਨਾਜ਼ਰੀਨ ਨੂੰ ਉਂਝ ਹੀ ਦੱਸ ਦਿਓ ਜਿਹੜੀ ਤੁਹਾਡੀ ਕਹੀ ਹੋਈ ਸਦਕਾ ਜਾਰੀਆ ਬਣ ਜੇ ਲੋਕ ਹਮੇਸ਼ਾ ਜ਼ਿੰਦਗੀ ਵਾਸਤੇ ਯਾਦ ਅਸੀਂ ਰੱਖਣ ਭਾਜੀ ਤਾਬਿਆਦਾਰ ਆ ਅਸੀਂ ਤੁਹਾਨੂੰ ਇਹ ਗੱਲ ਦੱਸਦੇ ਆ ਮੇਨ ਗੱਲ ਮਾਲ ਦੀ ਜਿਹੜੀ ਨਾ ਅੱਲਾਹ ਦੀ ਜ਼ਾਤ ਆਪਣਾ ਫਜ਼ਲ ਕਰਮ ਕਰੇ ਠੀਕ ਹੈ ਜਿਹੜਾ ਬੰਦਾ ਪਹਿਲੇ ਨੰਬਰ ਤੇ ਮੇਰਾ ਹੈ ਜੇ ਜਿਹੜਾ ਬੰਦਾ ਖੁਦ ਕੰਮ ਨਹੀਂ ਨਾ ਕਰ ਸਕਦਾ ਜੀ ਉਹ ਇਸ ਕੰਮ ਨੂੰ ਸੋਚ ਸਮਝ ਕੇ ਕਰੇ ਠੀਕ ਹੈ ਕਿਉਂਕਿ 3 ਤੋਂ 4 ਲੱਖ ਰੁਪਏ ਦੀ 3 ਲੱਖ ਰੁਪਏ ਦੀ 4 ਲੱਖ ਦੀ ਅਗਲੇ ਦਿਨ ਮੇਰਾ ਇੱਕ ਦੋਸਤ ਹਵੇਲੀ ਲੱਖਾਂ ਤੋਂ ਆਇਆ ਦਾ ਸੀ ਠੀਕ ਹੈ ਉਹ ਕਹਿਣ ਲੱਗਾ 11 ਲੱਖ ਰੁਪਏ ਦੀ ਇੱਕ ਮੱਝ ਵਿਕ ਗਈ ਹੈ ਠੀਕ ਹੈ ਉਹ ਤੇ ਲਈਏ ਸ਼ੌਕੀਨ ਆਦਮੀ ਨੇ ਸ਼ੌਕੀ ਆਦਮੀ ਨੇ ਠੀਕ ਹੈ ਤੇ ਮਾੜਾ ਬੰਦਾ 11 ਲੱਖ ਰੁਪਏ ਦੀ ਮੱਝ ਲੈ ਕੇ 11 ਲੱਖ ਰੁਪਏ ਬਣ ਤੇ ਨਹੀਂ ਨਾ ਨਹੀਂ ਸਕਦਾ ਸਕਦਾ ਠੀਕ ਉਹ ਤੇ ਉਹਨੇ ਆਪਣੇ ਸ਼ੌਕ ਨਾਲ ਲਈ ਹੈ ਠੀਕ ਹੈ ਵਜ੍ਹਾ ਇਹ ਹੈ ਕਿ ਮੇਰਾ ਭਰਾਵਾ ਜਿਹਨੇ ਵੀ ਕੰਮ ਕਰਨਾ ਨਾ ਉਹ ਇਹ ਸੋਚ ਸਮਝ ਕੇ ਕਰੇ ਕਿ ਬਜ਼ਾਤੇ ਖੁਦ ਉਹ ਕਰ ਸਕਦਾ ਹੋਏ ਠੀਕ ਹੈ ਉਹਦਾ ਕੋਈ ਭਾਈ ਕਰ ਸਕਦਾ ਹੋਏ ਉਹਦਾ ਕੋਈ ਭਾਂਜਾ ਕਰ ਸਕਦਾ ਹੋਏ ਠੀਕ ਹੈ ਉਹਦਾ ਕੋਈ ਬੱਚਾ ਕਰ ਸਕਦਾ ਹੋਏ ਠੀਕ। ਇਹ ਸਮਾਜ 'ਚ ਉਹ ਬੰਦਾ ਕਾਮਯਾਬ ਹੈ ਜਿਹੜਾ ਕਮ ਸੇ ਕਮ ਇੱਕ ਬੰਦਾ ਖੁਦ ਜਿਹੜਾ ਨਾ ਵਿੱਚ ਇਨਵੋਲਵ ਹੋਇਆ ਵੇਚਣ ਵਾਲਾ ਹੋਏ ਬੜੀ ਗੱਲ ਜਿਉਂ ਕਿ ਮੈਂ ਘਰ ਬੈ ਕੇ ਮੈਂ ਸਾਊਦੀ ਅਰਬ ਜਾਵਾਂ ਮੈਂ ਕਿਸੇ ਦੋਸਤ ਨੂੰ ਕਹਿੰਦਾ 20 ਲੱਖ ਰੁਪਏ ਲੈ ਲੈ ਜਾਂ 50 ਲੱਖ ਰੁਪਏ ਲੈ ਲੈ ਤਾਂ ਮੇਰਾ ਕਾਰੋਬਾਰ ਕਰ ਠੀਕ ਹੈ ਉਹ ਸਮਝੋ ਫੇਲ ਹੈ ਪਹਿਲੇ ਉਹ ਠੀਕ ਹੈ ਕੋਈ ਬੰਦਾ ਵੀ ਇਹ ਇਨਸ਼ਾਅੱਲਾ ਤਾਲਾ ਸਾਡੀ ਗੱਲ ਨੂੰ ਯਾਦ ਕਰੇਗਾ ਠੀਕ ਹੈ ਜਿਨ੍ਹਾਂ ਲੋਕਾਂ ਕੀਤਾ ਉਹ ਵੀ ਇਸ ਗੱਲ ਨੂੰ ਕਹਿਣਗੇ ਇਸ ਗੱਲ ਦੇ ਨਾਲ ਇਤਫਾਕ ਕਰਨਗੇ ਕਿ ਬੰਦਾ ਠੀਕ ਗੱਲ ਕਹਿ ਜੀ ਰਿਹਾ ਤੁਸੀਂ ਸਹੀ ਕਹਿ ਰਹੇ ਹੋ ਤੇ ਜਿਨ੍ਹਾਂ ਨਹੀਂ ਕੀਤਾ ਕਰਨਾ ਚਾਹੁੰਦੇ ਨੇ ਉਹਨਾਂ ਦੀ ਮਿਹਰਬਾਨੀ ਜ਼ਰਾ ਕਿ ਇਸ ਗੱਲ ਤੋਂ ਪਰਹੇਜ਼ ਕਰੋ ਪਰਹੇਜ਼ ਕਰਨ ਅੱਛਾ ਬਸ ਤੁਹਾਡੇ ਕੋਲ ਕਿਹੜੀ ਡੰਗਰ ਨਸਲ ਦੇ ਡੰਗਰ ਨੇ ਬਹੁਤੇ ਸਾਡੇ ਕੋਲ ਜ਼ਿਆਦਾ ਮਾਲ ਰਾਵੀ ਦਾ ਹੈ। ਗਾਵੀ ਦੀ ਕੋਈ ਪਛਾਣ ਦੱਸਿਓ ਕਿ ਮੱਝ ਖਾਸ ਦੇ ਕੋਲ ਖੜਕਣਾ ਉਹਦੀ ਪਛਾਣ ਦੱਸਿਓ ਇਹ ਰਾਵੀ ਦੀ ਮੱਝ ਜੇ ਠੀਕ ਹੈ ਹਾਂਜੀ ਇਹਦੀ ਕੋਈ ਆਮ ਬੰਦਾ ਕਿਸ ਤਰ੍ਹਾਂ ਪਛਾਣੇਗਾ ਕਿ ਇਹ ਮੱਝ ਰਾਵੀ ਦੀ ਹੈ ਆਮ ਬੰਦਾ ਅਸਲ ਵਜ੍ਹਾ ਇਹ ਹੁੰਦੀ ਹੈ ਕੋਈ ਸਿੰਘਾਂ ਤੋਂ ਸਿਰ ਮੂੰਹ ਤੋਂ ਅਸੀਂ ਜਿਹੜੇ ਕੰਮ ਕਰਦੇ ਆ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਇਹ ਨੀਲੀ ਦੀ ਨਸਲ ਹੈ ਇਹ ਨਹੀਂ ਜੀ ਇਹਨਾਂ ਦੇ ਤੇ ਇਹਦੇ 'ਚ ਕੀ ਫਰਕ ਸੀ ਫਰਕ ਇਹਨਾਂ 'ਚ ਕੋਈ ਵੀ ਨਹੀਂ ਸਿਰਫ ਇੱਕ ਨਸਲ ਦਾ ਫਰਕ ਹੁੰਦਾ ਹੈ ਇਨਸਾਨ ਉਹ ਹੀ ਹੁੰਦਾ ਹੈ ਪਰ ਫਰਕ ਇਹ ਹੀ ਹੁੰਦਾ ਹੈ ਕਿ ਉਹਦਾ ਤੇ ਇਹਨਾਂ ਦੇ ਜਿਹੜੀ ਨਾ ਇਹਨਾਂ ਦੀ ਸੂਏ ਦੀ ਬੜੀ ਲਾਮ ਹੁੰਦੀ ਹੈ ਜਿਹੜੀ ਹਵੇਲੀ ਲੱਖਾਂ ਦੀ ਮੱਝ ਹੈ ਨਾ ਹਾਂ ਹਾਂ ਨੀਲੀ ਦੀ ਜੀ ਜੀ ਅਸੀਂ ਇਹਨੂੰ ਨੀਲੀ ਦੀ ਕਹਿੰਦੇ ਹਾਂ ਠੀਕ ਹੈ ਇਹ ਨੀਲੀ ਦੀ ਮੱਝ ਜਿਹੜੀ ਇਹਦੀ ਲਾਮ ਬਹੁਤ ਜ਼ਿਆਦਾ ਹੁੰਦੀ ਹੈ ਜ਼ਿਆਦਾ ਸਾਦੀ ਹੁੰਦੀ ਹੈ ਸਿਰ ਦੀ ਸਾਦੀ ਹੁੰਦੀ ਹੈ ਠੀਕ ਹੈ ਐਡੀ ਸੋਹਣੀ ਨਹੀਂ ਹੁੰਦੀ ਨੀਲੀ ਦੀ ਮੱਝ ਠੀਕ ਹੈ ਨੀਲੀ ਮਸ਼ਹੂਰ ਬੜੀ ਹੈ ਲੇਕਿਨ ਨੀਲੀ ਦੀ ਮੱਝ ਸਾਦੀ ਹੁੰਦੀ ਹੈ ਜਿਹੜੀ ਮੱਝ ਰਾਵੀ ਦੀ ਉਹ ਕੁੰਡੀ ਹੁੰਦੀ ਹੈ ਸੋਹਣੀ ਹੁੰਦੀ ਹੈ, ਠੀਕ ਹੈ ਸਿੱਧੀ ਪੱਧਰੀ ਹੁੰਦੀ ਹੈ ਇਹ ਮੱਝ ਜਿਹੜੀ ਹੈ ਨਾ 10 ਸੂਏ ਵੀ ਚੋ ਲਵੋ ਨਾ ਉਹ ਇੰਝ ਹੀ ਲੱਗਦੀ ਹੈ ਜੋ ਪਹਿਲੇ ਦੂਜੇ ਸੂਏ ਨੀਲੀ ਦੀ ਨੀਲੀ ਜ਼ਿਆਦਾ ਫਾਇਦਾਮੰਦ ਫਿਰ ਨੀਲੀ ਦੀ ਹੋਈ ਜ਼ਿਆਦਾ ਪਾਣੀ ਸੂਆ ਲੰਮਾ ਹੁੰਦਾ ਹੈ ਤੇ ਰਾਵੀ ਦੀ ਮੱਝ ਠੀਕ ਰਹਿੰਦੀ ਹੈ ਆਮ ਦੇਸੀ ਮੱਝਾਂ ਨਾਲੋਂ ਇਹ ਸਾਡਾ ਤੇ ਜ਼ਿਹਨ ਹੈ ਇਹ ਕਿ ਰਾਵੀ ਤੋਂ ਜਾਂ ਨੀਲੀ ਤੋਂ ਮਾਲ ਖਰੀਦਿਆ ਜਾਏ ਠੀਕ ਹੈ ਉਹ ਬਿਹਤਰ ਰਹਿੰਦਾ ਠੀਕ ਹੈ ਅਸਲ ਵਜ੍ਹਾ ਹੈ ਠੀਕ ਹੈ ਲਾਲ ਸਾਹਿਬ ਸਵਾਲ ਦਾ ਕਰੇ ਕਰੋ ਅੱਛਾ ਸਾਹਿਬ ਇਹਨਾਂ ਦੀ ਸਰਦੀਆਂ ਗਰਮੀਆਂ ਕੀ ਇਖਤਿਆਰ ਹੈ ਸਰਦੀਆਂ ਗਰਮੀਆਂ ਇhtiyat ਹੈ ਸਰਦੀ ਦੇ ਵਿੱਚ ਇhtiyat ਇਹਦੀ ਇਹ ਹੀ ਹੋਣੀ ਚਾਹੀਦੀ ਹੈ ਇਹਦਾ ਸ਼ੈੱਡ ਅੱਛਾ ਹੋਣਾ ਚਾਹੀਦਾ ਸਿਆਲ ਦੇ ਵਿੱਚ ਇਹਨੂੰ ਬੰਦ ਹੋਣਾ ਚਾਹੀਦਾ ਹੈ ਤੇ ਜਦੋਂ ਗਰਮੀਆਂ ਆ ਜਾਣ ਇਹਦੇ ਕੱਪੜੇ ਜਿੰਨੇ ਅੱਗੇ ਲਾਏ ਨੇ ਬੰਦ ਕੀਤਾ ਚੁੱਕਦੇ ਪਰਦੇ ਚੁੱਕਣੇ ਚਾਹੀਦੇ ਨੇ ਤਾਂ ਕਿ ਹਵਾ ਲੱਗਦੀ ਰਹੇ
ਤੇ ਸਿਆਲ ਦੇ ਵਿੱਚ ਜਰਾ ਕਦੀ ਕੇਅਰ ਕਰੇ, ਅੱਛੇ ਤਰੀਕੇ ਨਾਲ ਉਹਨੂੰ ਬੰਦ ਕਰੇ, ਸਫਾਈ ਅੱਛੀ ਕਰੇ, ਰਾਤ ਨੂੰ ਇਹਦੇ ਥੱਲੇ ਸੁੱਕ ਪਾਏ। ਥਾਂ ਜਿਹੜਾ ਰਾਤ ਨੂੰ ਮਾਲ ਬੰਨਣਾ, ਸੁਬਾਹ ਉੱਤੇ ਮਾਲ ਨਹੀਂ ਹੋਣਾ ਚਾਹੀਦਾ। ਜਿੱਥੇ ਰਾਤ ਨੂੰ ਮਾਲ ਬੰਨਣਾ ਸੁਬਾਹ ਨਹੀਂ ਹੋਣਾ ਚਾਹੀਦਾ, ਸੁਬਾਹ ਚੁੱਕਿਆ ਹੋਣਾ ਚਾਹੀਦਾ, ਸਫਾਈ ਹੋਣੀ ਚਾਹੀਦੀ ਹੈ ਤੇ ਸੁੱਕ ਹੋਣੀ ਚਾਹੀਦੀ ਹੈ। ਲੇਕਿਨ ਅਕਸਰ ਇਹ ਗੱਲ ਕੀਤੀ ਜਾਂਦੀ ਹੈ ਕਿ ਗਾਈਆਂ ਸਾਫ਼ ਹੁੰਦੀਆਂ ਨੇ, ਮੱਝਾਂ ਜ਼ਰਾ ਜ਼ਿਆਦਾ ਗੰਦੀਆਂ ਹੁੰਦੀਆਂ ਨੇ, ਇਸ ਵਾਸਤੇ ਉਹਨਾਂ ਦੀ ਸਫਾਈ ਵੀ ਜ਼ਿਆਦਾ। ਨਹੀਂ ਇਹ ਕੋਈ ਗੱਲ ਨਹੀਂ ਹੈ। ਅੱਛਾ, ਮੱਝਾਂ ਦੀ ਵੀ ਤੇ ਗਾਈਆਂ ਦੀ ਵੀ ਗੱਲ ਕੋਈ ਨਹੀਂ। ਸਫਾਈ ਜਿਹੜਾ ਬੰਦਾ ਉੱਪਰ ਉਹ ਹੀ ਰੱਖ ਸਕਦਾ। ਅਗਰ ਤੁਸੀਂ ਗਾਈ ਨੂੰ ਵੀ ਗੋਹੇ ਵਾਲੇ ਗੰਦੀ ਜਗ੍ਹਾ ਤੇ ਬੰਨੋਗੇ ਤੇ ਉਹਨੇ ਗੰਦੇ ਹੀ ਹੋਣਾ, ਜਿੰਨੇ ਉਹਨੇ ਬਹਿਣਾ ਤੇ ਆਈਏ। ਠੀਕ ਹੈ। ਅਕਸਰ ਜਾਨਦਾਰ ਚੀਜ਼ ਹੈ, ਜਾਨਵਰ ਹੈ, ਉਹਨੇ ਬੈਠਣਾ ਉੱਠਣਾ ਤੇ ਆਈਏ। ਕੀ ਖਿਆਲ ਹੈ? ਸਹੀ ਹੈ। ਇਹ ਨਹੀਂ ਗੱਲ ਕਹੀ ਜਾਂਦੀ, ਸਿਰ ਸਫਾਈ ਰੱਖਣੀ ਚਾਹੀਦੀ ਹੈ। ਠੀਕ ਹੈ। ਇਹ ਕਮ ਸੇ ਕਮ ਜਿਹੜੇ ਬੰਦੇ ਨੇ ਮਾਲ ਰੱਖਿਆ ਦਾ ਜੀ ਸਫਾਈ ਕਰਾਏ 8 ਦਿਨ ਤੋਂ ਬਾਅਦ ਅਤੇ ਚੂਨਾ ਥੱਲੇ ਸੁੱਟੇ ਸੁੱਕੇ ਥਾਂ ਤੇ, ਜਾਂ ਕੋਈ ਜਿਹੜਾ ਥੱਲੇ ਕੀੜਾ ਸ਼ੀੜਾ ਉੱਠਦਾ ਉਹ ਖਤਮ ਹੋ ਜੇ। ਜਿਹੜਾ ਡੰਗਰ ਕੋ ਬਿਮਾਰ ਹੋ ਜਾਂਦਾ ਹੈ, ਹਾਂਜੀ, ਉਹ ਬਹੁਤਾ ਡੰਗਰ ਬਿਮਾਰ ਹੈ ਫਿਰ ਤਾਂ ਪਤਾ ਚੱਲ ਜਾਂਦਾ ਹੈ। ਅਗਰ ਡੰਗਰ ਹਰੇ ਬਿਮਾਰੀ ਦੇ ਸ਼ੁਰੂ ਤੋਂ ਹੈ ਹਾਂ, ਤਾਂ ਕਿਸ ਤਰ੍ਹਾਂ ਪਤਾ ਚੱਲ ਜਾਏਗਾ ਕਿ ਇਹ ਡੰਗਰ ਜਿਹੜਾ ਵੀ ਆਪਣੀ ਅਸਲ ਹਾਲਤ 'ਚ ਨਹੀਂ? ਹਾਂ, ਉਹ ਇਹ ਵੇ ਕਿ ਉਹ ਡੰਗਰ ਜਿਹੜਾ ਨਾ ਅਸੀਂ ਉਹਨੂੰ ਵੇਖਦੇ ਹਾਂ, ਉਹ ਡੰਗਰ ਬਗਾਲੀ ਨਹੀਂ ਕਰਦਾ। ਠੀਕ ਹੈ। ਹਾਂ, ਉਹ ਇੰਝ ਸੁਸਤ ਹੋ ਰਹਿੰਦਾ, ਅੱਖਾਂ ਦਾ ਪਤਾ ਲੱਗ ਜਾਂਦਾ ਕਿ ਡੰਗਰ ਮਾਲ ਅੱਜ ਪੱਠੇ ਭੈੜੇ ਖਾਂਦਾ ਪਿਆ। ਇੱਕ ਡੰਗਰ ਆ ਸਾਡੀ ਮੱਝ ਰੂਟੀਨ ਨਾਲ ਪੱਠੇ ਖਾਂਦੀ ਹੈ ਪਈ, 3-4 ਮੱਝਾਂ ਵੱਜੀ ਦੀਆਂ ਨੇ, ਇੱਕ ਮੱਝ ਨਹੀਂ ਖਾਂਦੀ ਪਈ, ਸਾਨੂੰ ਪਤਾ ਤਾਂ ਹੋਣਾ ਚਾਹੀਦਾ ਕਿਸ ਵਜ੍ਹਾ ਤੋਂ ਨਹੀਂ ਖਾਂਦੀ। ਤੇ ਫੌਰੀ ਤੌਰ ਤੇ ਇਹਤਿਆਤੀ ਤਦਬੀਰ ਕੀ ਕਰਦੇ ਹੋ? ਡਾਕਟਰ ਨੂੰ ਬੁਲਾ ਲੈਂਦੇ ਹੋ ਜਾਂ ਦੇਸੀ ਇਲਾਜ? ਬੁਲਾ ਲਈਦਾ, ਦੇਸੀ ਇਲਾਜ ਵੀ ਹੈ ਨੇ, ਗੁੜ ਗੰਢੇ ਮਿਰਚਾਂ ਇਹ ਦੇਈਦੇ ਨੇ। ਨਾਲ ਇਹਨਾਂ ਨੂੰ ਕੋਈ ਐਸਾ ਕੋਈ ਨਾ ਕੋਈ ਟੀਕੇ ਰੱਖੇ ਹੁੰਦੇ ਨੇ। ਕੋਈ 5 ਗ੍ਰਾਮ ਦਾ ਟੀਕਾ ਰੱਖਿਆ ਦਾ, ਟੈਰਾਮਾਈਸਿਨ ਦਾ, ਡਿਕਲੋਸਟਾਰ ਦਾ। ਸਹੀ। ਉਹ ਅਸੀਂ ਫੌਰੀ ਤੌਰ ਤੇ ਲਾਉਂਦੇ ਹਾਂ। ਜਿਹੜਾ ਸਾਡੀ ਸਮਝ 'ਚ ਆਉਂਦਾ ਕੁਝ ਟੀਕੇ ਨੇ ਉਹ ਕੰਮ ਕਰ ਜਾਂਦੇ ਨੇ। ਇੱਕ ਅਫਸਰ ਬੜਾ ਅਹਿਮ ਸਵਾਲ ਹੈ ਕਿ ਲੋਕ ਕਹਿੰਦੇ ਜਿਹੜੀਆਂ ਮੱਝਾਂ ਮਿਲਦੀਆਂ ਨਹੀਂ, ਕੁਝ ਲੋਕ ਇੰਜੈਕਸ਼ਨ ਲਗਾਉਂਦੇ ਨੇ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ ਜੀ, ਇੰਜੈਕਸ਼ਨ ਅੱਛੀ ਚੀਜ਼ ਨਹੀਂ ਹੈ। ਉਹ ਲਾਣਾ ਜਿਹੜੇ ਗਵਾਲ ਵਾਲੇ ਬੰਦੇ ਨੂੰ ਉਹਨਾਂ ਦੀ ਇੱਕ ਮਜਬੂਰੀ ਬਣ ਜਾਂਦੀ ਹੈ। ਇੱਕ ਬੰਦੇ ਨੇ 6 ਵਜੇ ਟਾਈਮ ਦਾ ਦੁੱਧ ਦੇਣਾ, ਉਹ ਇੱਕ ਮੱਝ 2 ਘੰਟੇ ਲਾ ਦਿੰਦੀ, ਉਹ ਕੀ ਕਰੇਗਾ? ਉਹਦੀ ਮਜਬੂਰੀ ਬਣ ਜਾਂਦੀ ਹੈ। ਜਿਹੜੇ ਘਰ ਵਾਲੇ ਬੰਦੇ ਨੂੰ ਉਹ ਇਸ ਚੀਜ਼ ਦੀ ਕੇਅਰ ਕਰ ਸਕਦੇ ਨੇ, ਜਿਹੜੇ ਗਵਾਲ ਵਾਲੇ ਬੰਦੇ ਨੂੰ ਉਹਨਾਂ ਕੋਲ ਬੜੀ ਮੁਸ਼ਕਿਲ ਹੁੰਦੀ ਹੈ। ਉਹਦੇ ਵਿੱਚ ਮੱਝ ਨੂੰ ਨੁਕਸਾਨ ਹੁੰਦਾ ਹੈ ਇੰਜੈਕਸ਼ਨ 'ਚ? ਦੇਖੋ ਜੀ, ਇਹ ਤਾਂ ਡਾਕਟਰੀ ਗੱਲਬਾਤ ਹੈ, ਲੇਕਿਨ ਅਸੀਂ ਤਾਂ ਬੜਿਆਂ ਸਾਲਾਂ ਤੋਂ ਲਾਉਂਦੇ ਹਾਂ। ਪਹਿਲਾਂ ਮਾਫੀ ਦੇ ਐਡੀ ਨਹੀਂ ਕੋਈ ਪ੍ਰੋਬਲਮ, ਹਰ ਗੱਲ ਦਾ ਕੋਈ ਨਾ ਕੋਈ। ਅੱਛਾ, ਉਹਦਾ ਹੱਲ ਵੀ ਹੁੰਦਾ? ਹੱਲ ਵੀ ਹੁੰਦਾ ਕੋਈ ਨਾ। ਸਹੀ ਹੈ। ਇੱਕ ਬੰਦਿਆਂ ਦੇ ਕੋਈ ਮੱਝ ਸੁਣਦੀ ਹੀ ਨਹੀਂ, ਜਿਹੜਾ ਟੀਕਾ ਲਾਉਂਦੇ ਨੇ। ਸਾਡੇ ਕੋਲ ਉਹ ਮੱਝਾਂ ਨੇ ਜਿਹੜਾ ਸਾਲ ਵੀ ਟੀਕਾ ਲਾਉਂਦੇ, ਸੁਣਦੀਆਂ ਵੀ ਹੈ। ਮੇਰੇ ਕੋਲ ਇੱਕ ਮੱਝ 8 ਸਾਲ ਹੋ ਗਏ ਨੇ ਉਹਨੂੰ ਸੁਣਦੇ ਆ। 8 ਸਾਲ ਬੜੀ ਗੱਲ ਹੈ। ਉਹ ਜੀ ਮੇਰੇ ਕੋਲ ਹੀ ਛੋਟੀ ਪਹਿਲਾਂ ਲਈ ਸੀ, 8 ਸਾਲ ਹੋ ਗਏ, 2 ਸਾਲ ਦੇ ਸਾਲ ਸੁਣਦੀ। ਤੇ ਜਿਹੜੀ ਮੱਝ ਅਫਸਰ ਬਣ ਜਾਂਦੀ, ਉਹਦੀ ਕੀ ਇਖਤਿਆਤ ਹੈ? ਉਹਨੂੰ ਕਿਹੜੀਆਂ ਚੀਜ਼ਾਂ ਤੋਂ ਬਚਾਉਣਾ ਚਾਹੀਦਾ? ਬਣ ਜਾਂਦੀ ਉਹਦੀ ਇhtiyat ਹੈ ਇਹ ਕਿ ਉਹਨੂੰ ਜਰਾ ਪਹਿਲੇ ਨੰਬਰ 'ਤੇ ਹੈ ਜਿਹੜਾ ਤੁਸੀਂ ਦੱਸਦੇ ਹੋ ਕਿ ਟੀਕਾ ਜਰਾ ਕੋਈ ਪਰਹੇਜ਼ ਕਰ ਲੈਣੀ ਚਾਹੀਦੀ। ਉਹਨੂੰ ਗਰਮ ਚੀਜ਼ ਤੋਂ ਬਚਾਉਣਾ ਚਾਹੀਦਾ, ਉਹਨੂੰ ਤੇਲ ਸ਼ੇਲ ਦੇਣਾ ਚਾਹੀਦਾ, ਠੰਡੀ ਰਹੇ ਤਾਂ ਕਿ ਅੰਦਰੋਂ ਖੁਸ਼ਕ ਨਾ ਹੋਏ। ਉਹ ਅੱਛੇ ਤਰੀਕੇ ਨਾਲ ਜਿਹੜਾ ਨਾ ਉਹਦਾ ਸਹੀ ਹੈ ਦੇਖਭਾਲ ਰਹਿੰਦੀ। ਔਰ ਜਦੋਂ ਮੱਝ ਜਿਹੜੀ ਉਹ ਸੂ ਪੈਂਦੀ ਹੈ, ਉਹਦੇ ਜਿਹੜੇ ਬੱਚੇ ਨੇ, ਉਹ ਬੱਚੇ ਦੀ ਕੀ ਇਖਤਿਆਤ ਹੈ? ਬੱਚੇ ਨੂੰ ਫੌਰੀ ਤੌਰ ਤੇ ਕਿਹੜੀ ਜਿਹੜੀ ਇਹ ਇਖਤਿਆਤੀ ਤਦਬੀਰ ਇਸਤੇਮਾਲ ਕਰਨੀ ਚਾਹੀਦੀ? ਉਹਨੂੰ ਇਹ 15 ਦਿਨ ਤੋਂ ਬਾਅਦ ਦਵਾਈ ਜਾਂ ਇੰਜੈਕਸ਼ਨ ਹੁੰਦਾ ਹੈ ਕਿਰਮ ਦਾ, ਕੀੜੇ ਦਾ, ਤਾਂ ਕਿ ਕਮ ਸੇ ਕਮ ਬੱਚਾ ਉਦੋਂ ਜ਼ਿਆਦਾ ਨੁਕਸਾਨ ਬੱਚੇ ਦਾ ਹੋ ਜਾਂਦਾ ਜਦੋਂ ਉਹਨੂੰ ਕੋਈ ਕਿਰਮ ਦਾ, ਕੋਈ ਕੀੜੇ ਦਾ ਨੁਕਸ ਹੋ ਜਾਂਦਾ, ਕੋਈ ਲੱਤ 'ਤੇ ਪੈਰ 'ਤੇ ਲੱਗ ਜਾਂਦਾ, ਕੋਈ ਕਿਧਰੇ ਲੱਗ ਜਾਂਦਾ। ਅਕਸਰ ਗੰਦੀ ਜਗ੍ਹਾ 'ਤੇ, ਪਿਸ਼ਾਬ ਵਾਲੀ ਜਗ੍ਹਾ 'ਤੇ ਉਹ ਕੀੜਾ ਲੱਗ ਜਾਂਦਾ। ਉਹ ਬੰਦੇ ਨੂੰ ਪਤਾ ਉਹ ਕਹਿੰਦਾ ਪਤਾ ਨਹੀਂ ਕੀ ਗੱਲ ਹੈ, ਉਹ ਕੀੜਾ ਅੰਦਰ ਖਾ ਜਾਂਦਾ। ਉਹਦੀ ਇਹ ਇhtiyat, ਉਹਨੂੰ ਧਿਆਨ ਨਾਲ ਦਵਾਈ ਪਿਲਾਈ ਜਾਏ ਜਾਂ ਇੰਜੈਕਸ਼ਨ ਲਗਾਇਆ ਜਾਏ, 2 ਤੋਂ 3 ਮਹੀਨੇ ਉਹਨੂੰ ਇhtiyat ਕੀਤੀ ਜਾਏ ਤਾਂ ਸੱਚੇ ਖੈਰ। ਅਫਸਰ ਜਿਹੜੇ ਲੋਕ ਡੰਗਰ ਬੰਨ੍ਹ ਕੇ ਰੱਖਦੇ ਨੇ ਔਰ ਜਿਹੜੇ ਨਾਲ ਚਰਾਉਂਦੇ ਵੀ ਨੇ, ਉਹਦੇ 'ਚ ਕੀ ਫਰਕ ਹੈ ਡੰਗਰ 'ਚ ਆਉਂਦਾ? ਜਿਹੜੇ ਲੋਕ ਬੰਨ੍ਹ ਕੇ ਰੱਖਦੇ ਨੇ, ਦੇਖੋ ਜਿਹੜਾ ਇੱਕ ਡੰਗਰ ਵੱਜਾ ਦਾ ਉਹ ਕਜਾ ਹੈ, ਜਿਹੜਾ ਖੁੱਲ੍ਹਿਆ ਉਹ ਕਜਾ ਹੈ। ਜਿਹੜਾ ਬਾਹਰ ਮਾਲ ਆਪਣੀ ਮਰਜ਼ੀ ਨਾਲ ਖੁਸ਼ ਹੁੰਦਾ ਬਾਹਰ ਫਿਰ ਟੁਰ ਕੇ, ਕਮ ਸੇ ਕਮ ਟਾਈਮ 'ਤੇ ਮਿਲਣਾ ਚਾਹੀਦਾ। ਕਿੰਨਾ ਕੁ ਟਾਈਮ ਦੇਣਾ ਚਾਹੀਦਾ ਉਹਨੂੰ? ਕਮ ਸੇ ਕਮ 2 ਤੋਂ 3 ਘੰਟੇ ਡੰਗਰ ਫਿਰ ਟੁਰ ਕੇ ਆਏ। ਇਹ ਉਹੀ ਤੁਹਾਨੂੰ ਅੱਗੇ ਦੱਸੇ ਜਾਨਦਾਰ ਚੀਜ਼ ਹੈ, ਜਿਸ ਤਰ੍ਹਾਂ ਬੰਦੇ ਵਾਲੇ ਹਿਸਾਬ ਦੇ ਇੱਕ ਜਗ੍ਹਾ ਬੈਠ ਤੰਗ ਪੈ ਜਾਂਦਾ। ਲੇਕਿਨ ਜਿਹੜੀ ਮੱਝ ਕਿੱਲੇ 'ਤੇ ਵੱਜੀ ਰਹਿੰਦੀ ਹੈ, ਉਹਦਾ ਵਜੂਦ ਭਾਰਾ ਹੋ ਜਾਂਦਾ, ਵਜ਼ਨ 'ਚ ਜ਼ਿਆਦਾ ਹੋ ਜਾਂਦੀ ਹੈ। ਅੱਛਾ। ਤੇ ਜਿਹੜੀ ਫਿਰਦੀ ਰਹਿੰਦੀ ਉਹ ਠੀਕ ਰਹਿੰਦੀ ਹੈ। ਮੈਂ ਪੁੱਛਣਾ ਚਾਹ ਰਿਹਾ ਕਿ ਜਿਹੜੇ ਮੱਝ ਜਿਹੜੀ ਉਹ ਜ਼ਿਆਦਾ ਫਿਰਨ ਟੁਰਨ 'ਚ ਖੁਸ਼ ਰਹਿੰਦੀ? ਹਾਂ ਜੀ, ਮਾਲ ਤਾਂ ਖੁੱਲ੍ਹਾ ਹੀ ਖੁਸ਼ ਰਹਿੰਦਾ। ਔਰ ਉਹਦੇ 'ਚ ਪੱਠਿਆਂ ਦੀ ਵੀ ਬਚਤ ਹੁੰਦੀ ਹੈ ਜਾਂ ਨਹੀਂ?
ਪੱਠਿਆਂ ਦੀ ਬੱਚਤ ਅਗਰ ਬਾਹਰ ਕੋਈ ਪੱਠੇ ਹੋਣਗੇ ਤਾਂ ਬੱਚਤ ਹੋਏਗੀ ਨਾ। ਇਹ ਅਗਰ ਕੋਈ ਬਾਹਰ ਖਾ ਪੱਠੇ ਹੀ ਨਾ ਪੀ ਕੇ ਆਉਂਦੀ ਹੋਣਗੇ, ਹੈ ਹਾਂ ਖਾ ਤੇ ਕੀ ਉਹ ਚੱਲ ਫਿਰ ਕੇ ਤੇ ਉਹ ਪੱਠੇ ਜ਼ਿਆਦਾ ਨਹੀਂ ਖਾਂਦੀ? ਅਗਰ ਉਹ ਟੁਰੇ ਫਿਰੇਗੀ ਇੱਥੋਂ ਵੀ ਖਾ ਲੇ ਬਾਹਰੋਂ ਵੀ ਖਾ ਲੇ। ਹਾਂ ਬਾਹਰੋਂ ਵੀ ਖਾ ਲਏਗੀ, ਪੱਠੇ ਤੇ ਉਹ ਖਾਏਗੀ, ਸਾਰੀ ਗੱਲ ਹੈ। ਜਿੰਨੀ ਉਹ ਆਪਣੀ ਜ਼ਰੂਰਤ ਦੇ ਮੁਤਾਬਕ ਖਾਣੇ ਨੇ। ਠੀਕ ਆ। ਤੇ ਅਫਸਰ ਜਿਹੜੀ ਇਹਨਾਂ ਦੀ ਇਹਦੀ ਮਾਰਕੀਟ ਹੈ, ਤੁਸੀਂ ਅਗਰ ਮੱਝ ਲੈਣੀ ਹੈ ਜਾਂ ਸੇਲ ਕਰਨੀ ਹੈ ਉਹ ਆਰਾਮ ਨਾਲ ਹੀ ਹੋ ਜਾਂਦੀ ਹੈ, ਖਰੀਦ ਵੀ ਕਰਦੀ ਹੈ, ਵੇਚ ਵੀ ਕੋਈ ਐਸੀ ਕਰਦੀ ਹੈ? ਗੱਲ ਨਹੀਂ, ਉਹ ਆਪਣੇ ਦੇਖੋ ਆਪਣੀ ਪਹੁੰਚ ਨਾਲ ਹੀ ਲੈਣੀ ਹੈ ਜਿੰਨੇ ਲੈਣੀ ਹੈ। ਇੱਕ ਸਵਾਲ ਰਹਿ ਗਿਆ ਸੀ, ਨੀਲੀ ਰਾਵੀ ਲੱਭਦੀ ਕਿੱਥੋਂ? ਇਹ ਤੁਸੀਂ ਇਹ ਆਪਣੇ ਰਾਵੀ ਹੈ ਇੱਧਰ ਹੋ ਜਾਓ ਨਾ, ਆਪਣੇ ਫੈਸਲਾਬਾਦ ਦਾ ਨਾਲ ਤਾਂਦਲੇ ਵਾਲਾ ਸਾਹੀਵਾਲ ਆਰਫ ਵਾਲਾ, ਤੇ ਜਦੋਂ ਆਰਫ ਵਾਲੇ ਨੂੰ ਹੋ ਜਾਓਗੇ ਭਵਨ ਨਗਰ ਦੀ ਸਾਈਡ ਤੇ ਨੀਲੀ ਹੋ ਜਾਏਗੀ, ਵੇਲੀ ਲਖਾ ਵਾਲੀ ਸਾਈਡ ਤੇ। ਅੱਛਾ, ਹੁਣ ਆਪ ਸਾਹਿਬ ਇੱਕ ਆਖਰੀ ਸਵਾਲ ਹੈ, ਬੜਾ ਅਹਿਮ ਸਵਾਲ ਹੈ। ਜਿਹੜੇ ਲੋਕ ਤੁਹਾਡੀਆਂ ਵੀਡੀਓ ਸੁਣ ਕੇ ਤੁਹਾਡੇ ਕੋਲ ਮਾਲੂਮਾਤ ਹਾਸਲ ਕਰਕੇ ਡੰਗਰਾਂ ਦਾ ਕਾਰੋਬਾਰ ਕਰਨਾ ਚਾਹੁੰਦੇ ਨੇ, ਉਹ ਕਿੱਥੋਂ ਸ਼ੁਰੂ ਕਰਨ? ਵੱਛੀਆਂ ਪਹਿਲੇ ਲੈਣ, ਕੱਟੜੀਆਂ ਲੈਣ, ਜਾਂ ਉਹ ਮੱਝਾਂ ਲੈਣ, ਤੇ ਕਿੰਨੀਆਂ ਲੈਣ? ਜਿਸ ਬੰਦੇ ਨੇ ਕਾਰੋਬਾਰ ਕਰਨਾ ਨਾ ਦੁੱਧ ਦਾ, ਉਹਨੂੰ ਤਾਂ ਸੂਈ ਦੀਆਂ ਮੱਝਾਂ ਲੈਣੀਆਂ ਪੈਣੀਆਂ ਨੇ। ਠੀਕ ਹੈ। ਜ਼ਾਹਰੀ ਗੱਲ ਹੈ, ਉਹਨੇ ਦੁੱਧ ਦਾ ਕੰਮ ਕਰਨਾ, ਉਹ ਐਸ ਇੰਤਜ਼ਾਰ 'ਚ ਤੇ ਨਹੀਂ ਨਾ ਜਿਹੜਾ ਅੱਜ ਵੱਛੀ ਕੱਟੀ ਲੈਂਦਾ ਹੈ। ਵੱਛੀ ਕੱਟੀ ਕਮ ਸੇ ਕਮ 3 ਤੋਂ 4 ਸਾਲ ਬਾਅਦ ਤਿਆਰ ਹੁੰਦੀ ਹੈ। ਹੋਰ 4 ਸਾਲ ਉਹਦਾ ਇੰਤਜ਼ਾਰ ਕਰੇਗਾ, ਫਿਰ ਦੁੱਧ ਦਾ ਕਾਰੋਬਾਰ ਕਰੇਗਾ। ਜਿਹੜੇ ਬੰਦੇ ਨੇ ਦੁੱਧ ਦਾ ਕਾਰੋਬਾਰ ਕਰਨਾ ਉਹਨੇ ਤਾਂ ਸੂਇਆ ਹੀ ਮਾਲ ਲੈਣਾ, ਉਸ ਤੋਂ ਬਾਅਦ ਉਹਦਾ ਨਾਲ ਇਜ਼ਾਫਾ ਹੋ ਜਾਏਗਾ, ਆਪਣਾ ਮਾਲ ਸਾਂਭੇਗਾ। ਤੇ ਘੱਟ ਤੋਂ ਘੱਟ ਕਿੰਨਾ ਕੁ ਉਹ ਮੱਝਾਂ ਲੈ ਲੇ ਜਿਹਦਾ ਉਹਦਾ ਇੱਕ ਸਮਝ ਲਓ ਕਿ ਸਰਕਟ ਚੱਲਦੇ ਘਰ ਦਾ? ਸਰਕਟ ਦੇਖੋ ਜੀ, ਆਪਣੀ ਗੁੰਜਾਇਸ਼ ਨਾਲ ਹੀ ਲੈਣਾ ਉਹਨੇ, ਜੋ ਵੀ ਲੈਣਾ। ਅਗਰ 2-3 ਰੱਖਦਾ ਤੇ ਉਹ ਕਿੰਨੇ ਕੁ? 2-3 ਡੰਗਰ ਰੱਖ ਕੇ ਤੇ ਨਹੀਂ ਨਾ ਬੰਦੇ ਦਾ ਘਰ ਬਾਹਰ ਪੂਰਾ। ਅੱਛਾ, ਠੀਕ ਹੈ। ਜ਼ਿਆਦਾ ਕਮ ਰੱਖਣੇ ਸੇ ਕਮ 6-7 ਮੱਝਾਂ ਹੋਣ ਤੇ ਫਿਰ ਇੱਕ ਬੰਦਾ, ਉਹ ਵੀ ਬਜ਼ਾਤੇ ਖੁਦ ਕਰਨ ਵਾਲਾ ਹੋਏ। ਤੁਸੀਂ ਅੱਗੇ ਗੱਲ ਦੱਸੀ ਕਿ ਮੈਂ 50 ਡੰਗਰਾਂ ਤੋਂ 20 ਤੇ ਆਇਆ, ਉਹਦੀ ਕੀ ਵਜ੍ਹਾ ਸੀ? ਉਹਦੀ ਵਜ੍ਹਾ ਹੈ ਸਿਰਫ ਲੇਬਰ ਦੀ ਮਾਰ। ਅੱਛਾ, ਤੇ ਲੇਬਰ ਦੇ ਅਗਰ ਲੇਬਰ ਦੇ ਸਿਰ ਤੇ ਰਹਿਣਾ ਪੈਂਦਾ? ਹਾਂ, ਲੇਬਰ ਦੇ ਸਿਰ ਤੇ ਰਹਿਣਾ, ਕੋਈ ਜ਼ਿੰਮੇਦਾਰ ਬੰਦਾ ਨਹੀਂ ਮਿਲਦਾ, ਉਹਦੀ ਵਜ੍ਹਾ ਤੋਂ ਬੜੀ ਪਰੇਸ਼ਾਨੀ ਬਣਦੀ। ਠੀਕ ਹੈ ਆਪ ਸਭ, ਬਹੁਤ ਸ਼ੁਕਰੀਆ, ਜਜ਼ਾਕ ਅੱਲਾ ਜੀ। ਨਾਲ ਤਾਂ